हाँ जी, सत श्री अकाल जी। एक बार फिर ਤੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਏਐਸ ਸਮਾਜ ਸਿੱਖਿਆ ਕਲਾਸ ਦੇ ਵਿੱਚ 10ਵੀਂ ਸ਼੍ਰੇਣੀ ਦੇ ਬੱਚਿਆਂ ਦੇ ਲਈ ਅੱਜ ਅਸੀਂ ਅਰਥ ਸ਼ਾਸਤਰ ਦਾ ਭਾਰਤੀ ਅਰਥ ਵਿਵਸਥਾ ਦੀ ਆਧਾਰਿਤ ਸੰਰਚਨਾ ਜੋ ਇਹ ਲੈਸਨ ਇਹਦੇ ਵਿੱਚ 3 ਨੰਬਰ ਔਰ 4 ਨੰਬਰ ਵਾਲੇ ਜਿਹੜੇ ਕੁਐਸਚਨ ਉਹ ਅਸੀਂ ਕਵਰ ਕਰਾਂਗੇ। ਤੁਹਾਨੂੰ ਦੱਸ ਦਈਏ ਕਿ ਸਿਰਫ 3 ਲੈਸਨ ਨੇ ਸਾਡੇ ਕੋਲੇ ਅਰਥ ਸ਼ਾਸਤਰ ਦੇ, ਜਿਸ ਦੇ ਵਿੱਚ ਸਾਨੂੰ 16 ਨੰਬਰ ਦਾ ਪੇਪਰ ਆਣਾ। ਤਾਂ ਥੋੜੇ ਸਿਲੇਬਸ ਦੇ ਵਿੱਚ ਫੋਕਸ ਆਧਾਰਿਤ ਯਾਨੀ ਕਿ ਤੁਸੀਂ ਇਹਨਾਂ ਅਰਥ ਸ਼ਾਸਤਰ ਔਰ ਨਾਗਰਿਕ ਸ਼ਾਸਤਰ ਤੇ ਫੋਕਸ ਕਰੋ ਤਾਂ 32 ਨੰਬਰ ਦਾ ਪੇਪਰ ਹੈ ਜਿਹੜਾ ਸਾਨੂੰ ਅਰਥ ਸ਼ਾਸਤਰ ਔਰ ਨਾਗਰਿਕ ਸ਼ਾਸਤਰ ਦੇ ਵਿੱਚੋਂ ਆ ਜਾਣਾ ਹੈਗਾ। ਇੱਕ ਸਾਨੂੰ ਸੋਰਸ ਆਧਾਰਿਤ ਜਿਹੜੇ ਕੁਐਸਚਨ ਆਣੇ ਆ, ਪੈਰੇ ਦੇ ਵਿੱਚੋਂ ਅਸੀਂ ਕੁਐਸਚਨ ਲੱਭ ਕੇ ਕਰਨੇ ਆ। 8 ਨੰਬਰ ਦੇ ਉਹ ਕੁਐਸਚਨ ਆਣੇ, ਸਾਨੂੰ 2 ਪੈਰਾਗ੍ਰਾਫ ਆਣੇ, ਇੱਕ ਭੂਗੋਲ ਦੇ ਵਿੱਚ ਔਰ ਇੱਕ ਇਤਿਹਾਸ ਦੇ ਵਿੱਚ। ਤਾਂ 8 ਨੰਬਰ ਦੇ ਉਹ ਹੋ ਗਏ 32 8 40 ਔਰ ਜਿਹੜੇ ਬਾਕੀ ਤੁਹਾਨੂੰ ਇੱਕ ਨੰਬਰ ਦੇ ਕੁਐਸਚਨ ਆਣੇ ਆ, ਸਾਰੇ ਜਿਹੜੇ ਟੋਟਲ ਬਣਾ ਕੇ ਤੁਹਾਡੇ 52 ਨੰਬਰ ਬਣ ਜਾਂਦੇ ਆ। ਤਾਂ ਅਗਰ ਅਸੀਂ ਅਰਥ ਸ਼ਾਸਤਰ ਔਰ ਨਾਗਰਿਕ ਸ਼ਾਸਤਰ ਪਲੱਸ ਸੋਰਸ ਆਧਾਰਿਤ ਪ੍ਰਸ਼ਨ ਔਰ ਜਿਹੜੇ ਬਾਕੀ ਦੇ ਰਹਿੰਦੇ ਮਲਟੀਪਲ ਚੋਇਸ ਕੁਐਸਚਨ ਆਣੇ ਉਹ ਅਸੀਂ ਧਿਆਨ ਦੇ ਨਾਲ ਕਰ ਲਈਏ, 1 ਵਰਡ ਕੁਐਸਚਨ, ਤਾਂ ਸਾਡੇ 52 ਮਾਰਕਸ ਆ ਜਿਹੜੇ ਉਹ ਆਸਾਨੀ ਨਾਲ ਆ ਜਾਣੇ ਹੈਗੇ ਆ, ਜਿਹੜਾ ਸਾਡਾ 80 ਨੰਬਰ ਦਾ ਪੇਪਰ ਹੋਏਗਾ। ਤਾਂ ਧਿਆਨ ਨਾਲ ਵੀਡੀਓ ਨੂੰ ਦੇਖੋ, ਬਾਰ-ਬਾਰ ਇਸ ਦੀ ਰਿਵੀਜ਼ਨ ਕਰੋ, ਇਸ ਦੇ ਨੋਟਸ ਤਿਆਰ ਕਰੋ ਤਾਂ ਕਿ ਅਰਥ ਸ਼ਾਸਤਰ ਔਰ ਸਭ ਤੋਂ ਪਹਿਲਾਂ ਨਾਗਰਿਕ ਸ਼ਾਸਤਰ ਦਾ ਜਿਹੜੇ ਬੱਚੇ ਵੀਕ ਨੇ ਜ਼ਿਆਦਾ ਸਟੱਡੀ ਦੇ ਵਿੱਚ, ਉਹਨਾਂ ਨੂੰ ਲੱਗਦਾ ਕਿ ਅਸੀਂ ਕਵਰ ਨਹੀਂ ਕਰ ਸਕਦੇ, ਤਾਂ ਉਹ ਇਸ ਤਰੀਕੇ ਦੇ ਨਾਲ ਕਵਰ ਕਰਨ ਕਿ ਵੱਧ ਤੋਂ ਵੱਧ SST 'ਚੋਂ ਉਹਨਾਂ ਦੇ ਨੰਬਰ ਆ ਜਾਣ। ਟਾਈਮ ਤੇ ਤੁਹਾਨੂੰ ਇਸ ਚੈਨਲ ਤੇ ਵੀਡੀਓ ਮਿਲਦੀ ਰਹੇਗੀ, ਬਣੇ ਰਹੋ, ਸਬਸਕ੍ਰਾਈਬ ਕਰੋ, ਅੱਗੇ ਤੋਂ ਅੱਗੇ ਸ਼ੇਅਰ ਕਰੋ, ਬਾਰ-ਬਾਰ ਇਸ ਦੀ ਰਿਵੀਜ਼ਨ ਕਰੋ। ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾ ਪ੍ਰਸ਼ਨ ਹੈ ਇਸ ਦੇ ਵਿੱਚ, ਆਧਾਰਿਕ ਸੰਰਚਨਾ ਤੋਂ ਕੀ ਭਾਵ ਹੈ, ਇਸ ਦੀ ਕੀ ਲੋੜ ਹੈ। ਤਾਂ ਆਧਾਰਿਕ ਸੰਰਚਨਾ, ਸਭ ਤੋਂ ਪਹਿਲਾਂ ਆਧਾਰਿਕ ਸੰਰਚਨਾ ਉਹ ਸਹੂਲਤਾਂ, ਕਿਰਿਆਵਾਂ ਅਤੇ ਸੇਵਾਵਾਂ ਹਨ ਜੋ ਦੂਜੇ ਖੇਤਰ ਦੇ ਸੰਚਾਲਨ ਅਤੇ ਵਿਕਾਸ ਵਿੱਚ ਸਹਾਇਕ ਹੁੰਦੀਆਂ ਹਨ। ਉਹ ਸਾਡੇ ਕੋਲੇ ਸਹੂਲਤਾਂ ਤੇ ਉਹ ਕਿਰਿਆਵਾਂ ਜੋ ਸਾਨੂੰ ਕਿਸੇ ਹੋਰ ਖੇਤਰ ਦੇ ਵਿੱਚ, ਯਾਨੀ ਕਿ ਉਹਨਾਂ ਦੀ ਸਹਾਇਤਾ ਦੇ ਨਾਲ ਅਸੀਂ ਕਿਸੇ ਹੋਰ ਖੇਤਰ ਦੇ ਵਿੱਚ ਸੰਚਾਲਨ ਕਰ ਸਕਦੇ ਹਾਂ, ਕਿਸੇ ਹੋਰ ਉਦਯੋਗ ਦਾ ਜਾਂ ਕਹਿ ਲਓ ਜਾਂ ਕੋਈ ਹੋਰ ਤੁਸੀਂ ਕੰਮ ਕਰ ਸਕਦੇ ਹੋ ਅਤੇ ਉਹਦੇ ਵਿੱਚ ਤੁਸੀਂ ਵਿਕਾਸ ਕਰ ਸਕਦੇ ਹੋ। ਸਾਰੀਆਂ ਜਿਹੜੀਆਂ ਸਾਡੇ ਵਿੱਚੋਂ ਸਾਨੂੰ ਜਿਹੜੀ ਉਹਦੇ ਵਿੱਚ ਸਹਾਇਤਾ ਕਰਨਗੀਆਂ। ਆਧਾਰਿਕ ਸੰਰਚਨਾ ਦੀ ਲੋੜ, ਹੁਣ ਲੋੜ ਕਿਉਂ? ਹਰ ਦੇਸ਼ ਦੇ ਆਰਥਿਕ ਵਿਕਾਸ ਲਈ ਆਧਾਰਿਕ ਸੰਰਚਨਾ ਦੀ ਲੋੜ ਹੁੰਦੀ ਹੈ। ਹਰ ਦੇਸ਼ ਦਾ ਜੇ ਆਰਥਿਕ ਵਿਕਾਸ ਦੀ ਗੱਲ ਕਰੀਏ ਤਾਂ ਉਹਦੇ ਲਈ ਆਧਾਰਿਕ ਸੰਰਚਨਾ ਦੀ ਲੋੜ ਹੈ, ਜਿਵੇਂ ਬਿਜਲੀ, ਯਾਤਾਯਾਤ, ਸੰਚਾਰ ਦੇ ਸਾਧਨ ਆਦਿ। ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਬਿਜਲੀ ਦਾ ਇੱਕ ਮਹੱਤਵਪੂਰਨ ਰੋਲ ਹੈ ਕਿਸੇ ਵੀ ਦੇਸ਼ ਨੂੰ ਵਿਕਾਸਸ਼ੀਲ ਬਣਾਉਣ ਦੇ ਲਈ। ਅਸੀਂ ਆਪਣੇ ਆਪ ਦੇ ਲਾਈਏ, ਸਾਡੇ ਵਿਕਾਸ ਦੇ ਲਈ ਬਿਜਲੀ ਦਾ ਬਹੁਤ ਜ਼ਿਆਦਾ ਰੋਲ ਹੈ। ਸਾਡੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਅਸੀਂ ਬਿਜਲੀ ਦੀ ਵਰਤੋਂ ਕਰਦੇ ਹਾਂ। ਹਰ ਰੋਜ਼ ਬਹੁਤ ਸਾਰਾ ਜਿਹੜਾ ਸਾਡਾ ਜੀਵਨ ਹੈ ਜਿਹੜਾ ਇੱਕ ਬਿਜਲੀ ਤੋਂ ਬਿਨਾਂ ਚੱਲਣਾ ਬਿਲਕੁਲ ਅਸੰਭਵ ਜਿਹਾ ਹੋ ਜਾਂਦਾ ਹੈ। ਯਾਤਾਯਾਤ ਦੇ ਸਾਧਨ ਹੋ ਗਏ, ਆਵਾਜਾਈ ਦੇ ਸਾਧਨ ਹੋ ਗਏ, ਸੰਚਾਰ ਸਾਧਨ, ਇਹ ਸਾਰੇ ਸਾਧਨ ਜਿਹੜੇ ਸਾਡੀ ਸਹਾਇਤਾ ਕਰਦੇ, ਜੇਕਰ ਇਹ ਉਚਿਤ ਮਾਤਰਾ ਵਿੱਚ ਮੌਜੂਦ ਹਨ, ਸਾਨੂੰ ਆਸਾਨੀ ਨਾਲ ਮਿਲ ਰਹੇ ਆ, ਤਾਂ ਦੇਸ਼ ਦਾ ਵਿਕਾਸ ਤੇਜ਼ੀ ਨਾਲ ਹੁੰਦਾ ਹੈ। ਪਰ ਉਚਿਤ ਮਾਤਰਾ ਨਾ ਹੋਣ ਕਾਰਨ ਦੇਸ਼ ਦੇ ਆਰਥਿਕ ਵਿਕਾਸ ਦੇ ਵਿੱਚ ਜਿਹੜੀ ਉਹ ਰੁਕਾਵਟ ਆਉਂਦੀ ਹੈ। ਠੀਕ ਹੈ ਜੀ। ਤਾਂ ਇਸ ਦੀ ਲੋੜ ਕਿਉਂ ਹੈ? ਔਰ ਇਹ ਹੈ ਕਿ ਉਹ ਸਹੂਲਤਾਂ ਅਤੇ ਕਿਰਿਆਵਾਂ ਜਾਂ ਸੇਵਾਵਾਂ, ਯਾਨੀ ਕਿ ਜੋ ਸਹੂਲਤਾਂ ਸਾਨੂੰ ਮਿਲੀਆਂ ਹੋਈਆਂ, ਜਿਨ੍ਹਾਂ ਦੀ ਅਸੀਂ ਵਰਤੋਂ ਕਰਕੇ ਹੋਰ ਕਿਸੇ ਖੇਤਰ ਦੇ ਵਿੱਚ ਉਹਨਾਂ ਦਾ ਅਸੀਂ ਸੰਚਾਲਨ ਕਰ ਸਕਦੇ ਹਾਂ ਅਤੇ ਵਿਕਾਸ ਕਰ ਸਕਦੇ। ਇਹ ਜਿਹੜੀਆਂ ਸਾਡੀਆਂ ਉਸ ਵਿੱਚ ਸਹਾਇਕ ਹੁੰਦੀਆਂ। ਠੀਕ ਆ, ਉਸ ਨੂੰ ਅਸੀਂ ਆਧਾਰਿਕ ਸੰਰਚਨਾ ਬੋਲਦੇ ਹਾਂ। ਫਿਰ ਇਸ ਦੀ ਲੋੜ ਕਿਉਂ ਹੈਗੀ ਹੈ? ਨੇਚਰਲੀ ਅਗਰ ਅਸੀਂ ਕਿਸੇ ਵਿਕਾਸ ਕਰਨਾ ਤਾਂ ਉਸ ਦੀ ਲੋੜ ਜ਼ਰੂਰੀ ਹੈ। ਕਿਸੇ ਦੇਸ਼ ਨੂੰ ਵਿਕਾਸ ਕਰਨ ਦੇ ਲਈ ਅਗਰ ਇੱਕ ਨਾਗਰਿਕ ਵਿਕਾਸ ਕਰਨਗੇ ਤਾਂ ਦੇਸ਼ ਵਿਕਾਸ ਕਰੇਗਾ, ਇਸ ਦੀ ਲੋੜ ਬਹੁਤ ਹੈ। ਦੂਸਰਾ ਪ੍ਰਸ਼ਨ ਹੈ, ਭਾਰਤ ਦੀਆਂ ਮੁੱਖ ਆਧਾਰਿਕ ਸੰਰਚਨਾਵਾਂ ਕਿਹੜੀਆਂ ਹਨ। ਹੁਣ ਕਿਹੜੀਆਂ ਹਨ ਜੋ ਭਾਰਤ ਦੀਆਂ ਮੁੱਖ ਆਧਾਰਿਕ ਸੰਰਚਨਾਵਾਂ ਹਨ? ਉਸ ਦੇ ਵਿੱਚ ਸਭ ਤੋਂ ਪਹਿਲਾਂ ਹੈਗਾ ਯਾਤਾਯਾਤ ਅਤੇ ਸੰਚਾਰ ਦੇ ਸਾਧਨ, ਸਿੰਚਾਈ ਹੋ ਗਿਆ, ਮੁਦਰਾ ਪੂਰਤੀ ਹੋ ਗਿਆ, ਬਿਜਲੀ ਹੋ ਗਿਆ, ਬੈਂਕਿੰਗ ਅਤੇ ਦੂਜੀਆਂ ਵਿੱਤ ਸੰਸਥਾਵਾਂ। ਯਾਤਾਯਾਤ ਸੰਚਾਰ ਦੇ ਸਾਧਨ ਤੋਂ ਅਸੀਂ ਸਮਝਦੇ ਯਾਤਾਯਾਤ ਮੀਨਸ ਆਵਾਜਾਈ ਦੇ ਸਾਧਨ। ਅਗਰ ਆਵਾਜਾਈ ਦੇ ਸਾਧਨ ਹੋਣਗੇ ਤਾਂ ਕੋਈ ਦੇਸ਼ ਤਰੱਕੀ ਕਰ ਸਕਦਾ। ਪਿੰਡਾਂ ਨਾਲ ਸ਼ਹਿਰ ਜੁੜੇ ਆ, ਸ਼ਹਿਰਾਂ ਨਾਲ ਫਿਰ ਸਟੇਟਸ ਜੁੜੀਆਂ ਹੋਈਆਂ, ਇਸ ਤਰ੍ਹਾਂ ਅਸੀਂ ਅਲੱਗ-ਅਲੱਗ ਦੇਸ਼ਾਂ ਨਾਲ ਜੁੜੇ ਹੋਏ ਹਾਂ ਆਵਾਜਾਈ ਦੇ ਸਾਧਨਾਂ ਦੇ ਨਾਲ। ਇਸੇ ਤਰ੍ਹਾਂ ਸੰਚਾਰ ਮਾਧਿਅਮ, ਇੰਟਰਨੈਟ, ਟੈਲੀਫੋਨ, ਮੋਬਾਈਲ ਫੋਨ, ਇਹ ਸਾਰੇ ਜਿਹੜੇ ਸੰਚਾਰ ਦੇ ਸਾਡੇ ਮਾਧਿਅਮ ਜਿਹੜੇ ਸਾਨੂੰ ਦੂਸਰੇ ਨਾਲ ਜੋੜ ਰਹੇ। ਸਿੰਚਾਈ ਦੀ ਗੱਲ ਆਈਏ ਤਾਂ ਖੇਤਾਂ ਨੂੰ ਪਾਣੀ ਦੇਣ ਦੇ ਲਈ ਜੋ ਪਾਣੀ, ਉਹ ਜਿਹੜੀ ਸਹੂਲਤ ਆ ਸਾਡੇ ਲਈ ਜ਼ਰੂਰੀ ਹੈ, ਤਾਂ ਹੀ ਅਸੀਂ ਆਪਣੇ ਜਿਹੜਾ ਇਹ ਪੂਰਾ ਜਿਹੜਾ ਫਸਲੀ ਚੱਕਰ ਹੈਗਾ ਜਿਹੜਾ ਉਸ ਨੂੰ ਅਪਣਾ ਸਕਦੇ ਹਾਂ। ਔਰ ਜਿਸ ਤਰ੍ਹਾਂ ਅਸੀਂ ਅਨਾਜ ਪੈਦਾ ਕਰ ਸਕਦੇ ਹਾਂ, ਅਲੱਗ-ਅਲੱਗ ਪ੍ਰਕਾਰ ਦੀਆਂ ਫਸਲਾਂ ਪੈਦਾ ਕਰਦੇ ਹਾਂ। ਮੁਦਰਾ ਸਫੀਤੀ ਹੋ ਗਈ, ਬਿਜਲੀ ਹੋ ਗਈ, ਬਿਜਲੀ ਦਾ ਬਹੁਤ ਅਹਿਮ ਰੋਲ ਹੈ ਸਾਡੇ ਜੀਵਨ ਦੇ ਵਿੱਚ। ਬੈਂਕਿੰਗ ਅਤੇ ਵਿੱਤੀ ਸੰਸਥਾਵਾਂ, ਇਹਦੇ ਵਿੱਚੋਂ ਸਾਰੀਆਂ ਸੰਸਥਾਵਾਂ ਆ ਜਾਣਗੀਆਂ, ਸਾਰੀਆਂ ਬੈਂਕਾਂ ਆ ਜਾਣਗੀਆਂ, ਸਾਰੀਆਂ ਸਰਕਾਰੀ ਅਤੇ ਗੈਰ ਸਰਕਾਰੀ ਜਿਹੜੀਆਂ ਵਿੱਤੀ ਸੰਸਥਾਵਾਂ ਜਿਹੜੀਆਂ ਸਾਡੀ ਵਿੱਤੀ ਸਹਾਇਤਾ ਕਰਦੀਆਂ, ਕਰਜ਼ੇ ਦਿੰਦੀਆਂ ਕਿਸਾਨਾਂ ਨੂੰ ਜਾਂ ਆਮ ਲੋਕਾਂ ਨੂੰ ਕਰਜ਼ੇ ਦਿੰਦੀਆਂ, ਸਾਰੀਆਂ ਇਹਦੇ ਵਿੱਚ ਸੰਸਥਾਵਾਂ ਆ ਜਾਣਗੀਆਂ। ਆਰਥਿਕ ਆਧਾਰਿਕ ਸੰਰਚਨਾਵਾਂ ਉਹ ਪੂੰਜੀ ਸਟਾਕ ਹੈ ਜੋ ਉਤਪਾਦਨ ਪ੍ਰਣਾਲੀ ਨੂੰ ਸਿੱਧੇ ਤੌਰ ਤੇ ਸੇਵਾਵਾਂ ਪ੍ਰਦਾਨ ਕਰਦਾ। ਉਹ ਪੂੰਜੀ ਸਟਾਕ ਹੈ ਜੋ ਉਤਪਾਦਨ ਪ੍ਰਣਾਲੀ ਨੂੰ, ਯਾਨੀ ਕਿ ਉਤਪਾਦਨ ਕਰਨ ਵਾਲਿਆਂ ਨੂੰ ਸਿੱਧੇ ਤੌਰ ਤੇ ਸੇਵਾਵਾਂ ਪ੍ਰਦਾਨ ਕਰਦਾ। ਯਾਨੀ ਕਿ ਜੇ ਕਿਸੇ ਨੇ ਕੋਈ ਫੈਕਟਰੀ ਲਾਈ ਆ ਤਾਂ ਉਸ ਨੂੰ ਬਿਜਲੀ ਦੀ ਲੋੜ ਆ, ਉੱਥੇ ਆਵਾਜਾਈ ਦੇ ਸਾਧਨਾਂ ਦੀ ਉਹ ਵਰਤੋਂ ਕਰਦਾ, ਸਿੱਧੇ ਤੌਰ ਤੇ ਉਹਨਾਂ ਦੀ ਸਹਾਇਤਾ ਕਰਦਾ। ਉਦਾਹਰਨ ਦੇ ਤੌਰ ਤੇ ਜੇਕਰ ਯਾਤਾਯਾਤ ਸੇਵਾਵਾਂ ਜਿਵੇਂ ਰੇਲ, ਸੜਕਾਂ ਆਦਿ ਨਾ ਹੋਣ ਤਾਂ ਵਸਤੂਆਂ ਦਾ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਜਾਣਾ ਔਖਾ ਹੋ ਜਾਵੇਗਾ। ਬਿਜਲੀ ਨਹੀਂ ਹੋਵੇਗੀ ਤਾਂ ਕਾਰਖਾਨੇ ਬੰਦ ਹੋ ਜਾਣਗੇ।
ਇਹਨਾਂ ਚੀਜ਼ਾਂ ਦਾ ਪ੍ਰਭਾਵ ਆਰਥਿਕ ਵਿਕਾਸ ਤੇ ਪਵੇਗਾ। ਯਾਨੀ ਕਿ ਕਿਸ ਤਰ੍ਹਾਂ ਅਸੀਂ ਪਹਿਲਾ ਕੁਐਸਚਨ ਪੜ੍ਹਿਆ ਸੀ ਵੀ ਲੋੜ ਕਿਉਂ ਹੈਗੀ ਹੈ, ਇਸ ਤੋਂ ਵੀ ਇਹ ਚੀਜ਼ ਕਲੀਅਰ ਹੋ ਜਾਣੀ ਹੈ ਕਿ ਹਾਂਜੀ ਸਾਨੂੰ ਉਸ ਚੀਜ਼ ਦੀ ਇਹਨਾਂ ਚੀਜ਼ਾਂ ਦੀ ਲੋੜ ਹੈ, ਕਿਉਂਕਿ ਇਹਦੇ ਨਾਲ ਜਿਹੜੇ ਅਸੀਂ ਆਰਥਿਕ ਵਿਕਾਸ ਦੀ ਗੱਲ ਕਰਦੇ ਹਾਂ ਜਾਂ ਆਪਣੇ ਵਿਕਾਸ ਦੀ ਗੱਲ ਕਰੀਏ ਤਾਂ ਉਹ ਅਸੰਭਵ ਹੈ, ਉਹ ਨਹੀਂ ਹੋ। ਅਗਲਾ ਪ੍ਰਸ਼ਨ ਹੈ ਭਾਰਤ ਦੀ ਮੁੱਖ ਮੌਦਰਿਕ ਸੰਸਥਾਵਾਂ ਕਿਹੜੀਆਂ ਹਨ। ਮੁੱਖ ਮੌਦਰਿਕ ਯਾਨੀ ਕਿ ਮੁਦਰਾ ਦੇ ਨਾਲ ਜੁੜੀਆਂ ਹੋਈਆਂ, ਪੈਸੇ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਭਾਰਤ ਦੀਆਂ ਸਾਡੀਆਂ ਮੁੱਖ ਸੰਸਥਾਵਾਂ ਕਿਹੜੀਆਂ ਹਨ, ਤਾਂ ਉਸ ਦੇ ਵਿੱਚ ਸਭ ਤੋਂ ਪਹਿਲਾਂ ਇੱਥੇ ਆ ਗਿਆ ਹੈ ਜੀ ਭਾਰਤੀ ਰਿਜ਼ਰਵ ਬੈਂਕ। ਇਹ ਭਾਰਤ ਦਾ ਕੇਂਦਰੀ ਬੈਂਕ ਹੈ ਔਰ ਇਸ ਦੇ ਨਾਲ ਦੱਸ ਦਈਏ ਕਿ ਸਥਾਪਨਾ 1935 ਈਸਵੀ ਦੇ ਵਿੱਚ ਹੋਈ ਆ। ਨੋਟ ਜਾਰੀ ਕਰਨ ਦਾ ਕੰਮ ਵੀ ਭਾਰਤ ਦੇ ਵਿੱਚ ਇਹੀ ਕਰਦੀ ਹੈ, ਜਦ ਕੋਈ ਨੋਟਾਂ ਨੂੰ ਛਾਪਣ ਦਾ ਕੰਮ ਹੁੰਦਾ ਤਾਂ ਇਸੇ ਬੈਂਕ ਦੀ ਸਲਾਹ ਨਾਲ ਯਾਨੀ ਕਿ ਇਸੇ ਦੁਆਰਾ ਹੀ ਨੋਟ ਜਿਹੜੇ ਆ ਛਾਪੇ ਜਾਂਦੇ ਆ। ਕੇਂਦਰੀ ਬੈਂਕ ਕੀ ਹੈ, ਭਾਰਤ ਦੀ ਕੇਂਦਰੀ ਬੈਂਕ ਅਕਸਰ ਕੁਐਸਚਨਾਂ ਦੇ ਨਾਲ ਸਥਾਪਨਾ ਕਦੋਂ ਹੋਈ ਤਾਂ 1935 ਈਸਵੀ ਵਿੱਚ ਤੁਸੀਂ ਲਿਖ ਲੈਣਾ ਹੈ, ਨਾਲ ਹੀ ਭਾਰਤੀ ਕੇਂਦਰੀ ਬੈਂਕ ਦੀ ਜਿਹੜੀ ਸਥਾਪਨਾ ਹੋਈ ਭਾਰਤੀ ਰਿਜ਼ਰਵ ਬੈਂਕ ਆਫ ਇੰਡੀਆ। ਠੀਕ ਹੈ ਜੀ। ਸ਼ਾਹੂਕਾਰ, ਹੁਣ ਸ਼ਾਹੂਕਾਰਾਂ ਦਾ ਰੋਲ ਬਹੁਤ ਜ਼ਿਆਦਾ ਵਿਆਜ ਤੇ ਕਰਜ਼ਾ ਦਿੰਦੇ ਹਨ। ਸ਼ਾਹੂਕਾਰ ਅੱਜ ਕੱਲ੍ਹ ਵੀ ਪਿੰਡਾਂ ਦੇ ਵਿੱਚ ਤੁਸੀਂ ਦੇਖਦੇ ਹੋ ਜਿਹੜੇ ਲੋਕ ਵਿਆਜ ਤੇ ਕਰਜ਼ਾ ਦਿੰਦੇ ਨੇ, ਜਿਹਨੂੰ ਅਸੀਂ ਆੜ੍ਹਤੀਆ ਨਾਮ ਵੀ ਦੇ ਦਿੰਦੇ ਹਾਂ ਇੱਕ। ਸ਼ਾਹੂਕਾਰ ਪੁਰਾਣੇ ਸਮਿਆਂ ਦੇ ਵਿੱਚ ਵਿਆਜ ਤੇ ਪੈਸੇ ਦਿੰਦੇ ਨੇ, ਅੱਜ ਕੱਲ੍ਹ ਵੀ ਪਿੰਡਾਂ ਦੇ ਵਿੱਚ ਪੈਸੇ ਦਿੱਤੇ ਜਾਂਦੇ, ਯਾਨੀ ਕਿ ਜਿਹੜੀ ਸਾਡੀ ਵਿੱਤ ਦੇ ਤੌਰ ਤੇ ਮੌਦਰਿਕ ਯਾਨੀ ਕਿ ਮੁਦਰਾ ਦੇ ਤੌਰ ਤੇ ਪੈਸੇ ਦੇ ਤੌਰ ਤੇ ਸਹਾਇਤਾ ਕਰਦੀਆਂ ਸੰਸਥਾਵਾਂ, ਉਹਨਾਂ ਵਿੱਚ ਸ਼ਾਹੂਕਾਰ ਵੀ ਹੈ। ਵਪਾਰਕ ਬੈਂਕ, ਹੁਣ ਬਹੁਤ ਸਾਰੇ ਵਪਾਰਕ ਬੈਂਕ ਖੁੱਲ੍ਹੇ ਹੋਏ ਆ, ਗਰੀਬਾਂ ਨੂੰ ਘੱਟ ਵਿਆਜ ਤੇ ਕਰਜ਼ਾ ਦਿੰਦੇ ਆ। ਤੁਸੀਂ ਆਸ-ਪਾਸ ਦੇਖਦੇ ਹੋ ਪਿੰਡਾਂ ਵਿੱਚ ਰਹਿਣ ਵਾਲੇ ਅਸੀਂ ਨਿਗਾਹ ਮਾਰੋਗੇ ਬਹੁਤ ਸਾਰੇ ਇਸ ਤਰ੍ਹਾਂ ਦੇ ਬੈਂਕ ਮਿਲ ਜਾਣਗੇ ਜਿਹੜੇ ਅੱਜ ਕੱਲ੍ਹ ਲੋਕਾਂ ਨੂੰ ਲੋਨ ਦੇ ਰਹੇ ਨੇ ਘੱਟ ਵਿਆਜ ਦੇ ਉੱਪਰ। ਵਿਸ਼ਿਸ਼ਟ ਬੈਂਕਿੰਗ ਸੰਸਥਾਵਾਂ, ਵਿਸ਼ਿਸ਼ਟ ਬੈਂਕਿੰਗ ਸੰਸਥਾਵਾਂ ਦੇ ਵਿੱਚ ਭਾਰਤੀ ਉਦਯੋਗਿਕ ਵਿਕਾਸ ਬੈਂਕ, ਪੇਂਡੂ ਖੇਤਰੀ ਬੈਂਕ ਤੇ ਬੈਂਕ ਆਦਿ ਬੈਂਕਾਂ ਜਿਹੜੀਆਂ ਇਹਦੇ ਵਿੱਚ ਆ ਜਾਂਦੀਆਂ। ਗੈਰ ਬੈਂਕਿੰਗ ਵਿੱਤੀ ਸੰਸਥਾਵਾਂ ਜਿਵੇਂ ਯੂਨਿਟ ਟਰਸਟ ਅਤੇ ਜੀਵਨ ਬੀਮਾ ਨਿਗਮ, ਇਹ ਜਿਹੜੀਆਂ ਗੈਰ ਬੈਂਕਿੰਗ ਆ ਬੈਂਕਾਂ ਤੋਂ ਅਲੱਗ ਜਿਹੜੀਆਂ ਹੋਰ ਵੀ ਬਹੁਤ ਸਾਰੀਆਂ ਵਿੱਤੀ ਸੰਸਥਾਵਾਂ ਜਿਹੜੀਆਂ ਲੋਕਾਂ ਦੀ ਸਹਾਇਤਾ ਕਰ ਰਹੀਆਂ, ਹਰ ਖੇਤਰ ਦੇ ਵਿੱਚ ਉਹਨਾਂ ਨੂੰ ਸਹਾਇਤਾ ਪ੍ਰਦਾਨ ਕਰਦੀਆਂ। ਠੀਕ ਹੈ ਜੀ। ਇਸ ਤੋਂ ਅਗਲਾ ਜਿਹੜਾ ਸਾਡਾ ਪ੍ਰਸ਼ਨ ਹੈਗਾ ਇਹਦੇ ਨਾਲ ਹੀ ਇਹਦਾ 1.4 ਹੈਗਾ ਸਟਾਕ ਐਕਸਚੇਂਜ। ਸਟਾਕ ਐਕਸਚੇਂਜ ਇੱਥੇ ਸ਼ੇਅਰ ਖਰੀਦੇ ਵੇਚੇ ਜਾਂਦੇ ਨੇ। ਇੱਕ ਹੋਰ ਜਿਹੜਾ ਵਿਸ਼ਿਸ਼ਟ ਵਿੱਤੀ ਸੰਸਥਾਵਾਂ ਦੇ ਨਾਲ ਜੁੜਿਆ ਹੋਇਆ ਸ਼ਬਦ ਹੈ। 5 ਨੰਬਰ ਪ੍ਰਸ਼ਨ ਹੈਗਾ ਉਪਭੋਗਤਾ ਦੇ ਸ਼ੋਸ਼ਣ ਤੋਂ ਕੀ ਭਾਵ ਹੈ। ਉਪਭੋਗਤਾ ਸੰਰਖਣ ਦੇ ਮੁੱਖ ਉਪਾਅ ਦੱਸੋ। ਉਪਭੋਗਤਾ ਸ਼ੋਸ਼ਣ, ਹੁਣ ਸ਼ੋਸ਼ਣ ਸ਼ਬਦ ਅਸੀਂ ਪਹਿਲਾਂ ਵੀ ਕਈ ਵਾਰ ਸੁਣਿਆ, ਜਦੋਂ ਕਿਸੇ ਨਾਲ ਕਿਸੇ ਕਿਸਮ ਦਾ ਵੀ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਕਰੀਏ ਕਿ ਧੱਕਾ ਕੀਤਾ ਜਾਵੇ। ਉਪਭੋਗਤਾ ਹੁੰਦਾ ਜੋ ਚੀਜ਼ ਨੂੰ ਖਰੀਦਦਾ, ਵਿਕਰੇਤਾ। ਠੀਕ ਹੈ। ਇੱਕ ਸੇਲਰਮੈਨ ਹੁੰਦਾ, ਇੱਕ ਖਰੀਦਣ ਵਾਲਾ ਹੁੰਦਾ। ਇੱਥੇ ਜਿਹੜਾ ਉਪਭੋਗਤਾ ਜੋ ਚੀਜ਼ ਨੂੰ ਵਰਤ ਰਿਹਾ, ਖਰੀਦ ਰਿਹਾ, ਉਸ ਦੀ ਗੱਲ ਕੀਤੀ ਗਈ। ਉਸ ਦੇ ਸ਼ੋਸ਼ਣ ਤੋਂ ਕੀ ਭਾਵ ਹੈ, ਤਾਂ ਤੁਸੀਂ ਜਾਣਦੇ ਹੋ ਕਿ ਉਪਭੋਗਤਾ ਦਾ ਸ਼ੋਸ਼ਣ ਹੈ ਜਿਹੜਾ ਤੁਸੀਂ ਕਿਸੇ ਦੁਕਾਨਦਾਰ ਤੋਂ ਕੋਈ ਚੀਜ਼ ਖਰੀਦਣ ਜਾਂਦੇ ਹੋ ਤਾਂ ਤੁਹਾਡਾ ਸ਼ੋਸ਼ਣ ਕਿਸ ਪ੍ਰਕਾਰ ਹੁੰਦਾ ਹੈ। ਸਾਨੂੰ ਵਧਾ ਚੜਾ ਕੇ ਉਹਦੇ ਰੇਟ ਲਾਏ ਜਾਂਦੇ ਆ, ਫਿਰ ਉਸ ਤੋਂ ਬਾਅਦ ਉਹਦੀ ਕੁਆਲਿਟੀ ਬਹੁਤ ਵਧੀਆ ਦੱਸੀ ਜਾਂਦੀ ਹੈ, ਪਰ ਜਦ ਅਸੀਂ ਕੋਈ ਚੀਜ਼ ਘਰ ਲੈ ਆਉਂਦੇ ਹਾਂ ਖਰੀਦ ਕੇ ਤਾਂ ਸਾਨੂੰ ਬਾਅਦ ਵਿੱਚ ਪਤਾ ਲੱਗਦਾ ਕਿ ਇੱਕ ਚੀਜ਼ ਹੈ ਜਿਹੜੀ ਘਟੀਆ ਕੁਆਲਿਟੀ ਦੀ। ਜਾਂ ਅੱਜ ਕੱਲ੍ਹ ਆਨਲਾਈਨ ਸ਼ਾਪਿੰਗ ਦੇ ਵਿੱਚ ਤੁਸੀਂ ਦੇਖਦੇ ਹੋ ਬਹੁਤ ਸਾਰੀਆਂ ਗੱਲਾਂ ਦੱਸੀਆਂ ਜਾਂਦੀਆਂ ਹਨ, ਪਰ ਜਦੋਂ ਉਹ ਚੀਜ਼ ਰਿਐਲਿਟੀ ਦੇ ਵਿੱਚ ਸਾਡੇ ਕੋਲ ਆਉਂਦੀ ਤਾਂ ਉਹਦੇ ਵਿੱਚ ਬਹੁਤ ਸਾਰੇ ਧੋਖੇ ਹੁੰਦੇ ਆ। ਉਸ ਨੂੰ ਅਸੀਂ ਬੋਲਦੇ ਹਾਂ ਉਪਭੋਗਤਾ ਸ਼ੋਸ਼ਣ। ਤਾਂ ਉਪਭੋਗਤਾ ਦੇ ਸ਼ੋਸ਼ਣ ਤੋਂ ਭਾਵ ਹੈ ਵਿਕਰੇਤਾ ਜਾਂ ਉਤਪਾਦਕ, ਵਿਕਰੇਤਾ ਜਾਂ ਉਤਪਾਦਕ ਦੁਆਰਾ ਗਲਤ ਵਪਾਰ ਵਿਵਹਾਰ। ਠੀਕ ਹੈ। ਵਿਕਰੇਤਾ ਯਾਨੀ ਕਿ ਵੇਚਣ ਵਾਲਾ, ਉਤਪਾਦਕ ਪੈਦਾ ਕਰਨ ਵਾਲਾ ਦੁਆਰਾ ਗਲਤ ਵਪਾਰ ਵਿਵਹਾਰ। ਠੀਕ ਹੈ। ਉਹਦਾ ਦੁਆਰਾ ਜਾਂ ਤਾਂ ਵੇਚਣ ਵਾਲੇ ਨੇ ਬਹੁਤ ਸਾਰੀਆਂ ਕੁਰੀਤੀਆਂ ਕੀਤੀਆਂ, ਠੀਕ ਹੈ, ਤੁਹਾਨੂੰ ਦੁੱਗਣੀ ਰੇਟ ਤੇ ਮਾਲ ਵੇਚਿਆ, ਜਾਂ ਉਤਪਾਦਕ ਜਿਹੜਾ ਪੈਦਾ ਕਰਨ ਵਾਲਾ ਉਸਨੇ ਪਹਿਲਾਂ ਤੋਂ ਉਸ ਵਿੱਚ ਮਿਲਾਵਟ ਕੀਤੀ ਹੋਈ ਹੈ। ਠੀਕ ਹੈ। ਇਹ ਦੋਨਾਂ ਦਾ ਹੀ ਇਹਦੇ ਵਿੱਚ ਰੋਲ ਹੈ। ਭਾਵ ਗ੍ਰਾਹਕਾਂ ਨੂੰ ਵਸਤੂ ਦੇ ਮੁੱਲ, ਗੁਣਵੱਤਾ, ਵਜਨ ਆਦਿ ਬਾਰੇ ਗਲਤ ਜਾਣਕਾਰੀ ਦੇ ਕੇ ਵੇਚਣ। ਠੀਕ ਹੈ। ਹੁਣ ਕਲੀਅਰ ਹੋ ਜਾਏਗਾ ਸਾਰਾ ਤੁਹਾਨੂੰ। ਜਿਵੇਂ ਮਿਲਾਵਟ ਕਰਨਾ, ਘੱਟ ਵਜਨ ਦੀ ਵਰਤੋਂ ਕਰਨਾ, ਮਿਲਾਵਟ ਕਰ ਦਿੰਦੇ ਆ ਕਈ, ਘੱਟ ਵਜਨ ਤੋਲਦੇ ਆ, ਤੁਸੀਂ ਜਿੰਨੀ ਚੀਜ਼ ਖਰੀਦੀ ਉਨੇ ਵਜਨ ਦੀ ਨਹੀਂ ਹੁੰਦੀ। ਗੁੰਮਰਾਹ ਕਰਨ ਵਾਲੇ ਵਿਗਿਆਪਨ ਦਿਖਾਉਣਾ, ਹੁਣ ਵਿਗਿਆਪਨ ਦੀ ਗੱਲ ਆਈ ਹੈ ਤਾਂ ਐਡ ਅਸੀਂ ਦੇਖਦੇ ਹਾਂ, ਜੋ ਐਡ ਦੇ ਵਿੱਚ ਦਿੱਤਾ ਜਾਂਦਾ ਉਹ ਚੀਜ਼ ਸਾਨੂੰ ਰਿਐਲਿਟੀ ਵਿੱਚ ਨਹੀਂ ਮਿਲਦੀ। ਬਹੁਤ ਸਾਰੀਆਂ ਐਡਸ ਤੁਸੀਂ ਟੀਵੀ ਦੇ ਵਿੱਚ ਦੇਖਦੇ ਹੋਗੇ, ਸਾਬਣ, ਸ਼ੈਂਪੂ, ਕਰੀਮਸ ਦੀਆਂ, ਜਿਹੜੀਆਂ ਕਿ ਬੜਾ ਹੀ ਦਾਅਵੇ ਕੀਤੇ ਜਾਂਦੇ ਆ, ਬਟ ਕਦੇ ਵੀ ਉਹ ਐਡ ਹੈ ਜਿਹੜੀ ਉਸ 'ਤੇ ਜਿਹੜੀ ਆ ਅਸੀਂ ਉਹ ਕਰੀਮ ਖਰੀਦੀਏ ਜਾਂ ਅਸੀਂ ਸਾਬਣ ਖਰੀਦੀਏ, ਤੇਲ ਖਰੀਦੀਏ, ਉਹ ਉਸ ਤਰ੍ਹਾਂ ਰਿਜ਼ਲਟ ਨਹੀਂ ਹੁੰਦਾ ਜੋ ਟੀਵੀ 'ਤੇ ਦਿਖਾਉਂਦੇ। ਠੀਕ ਹੈ ਜੀ। ਸੰਰਖਣ ਦੇ ਮੁੱਖ ਉਪਾਅ, ਹੁਣ ਉਪਾਅ ਕੀ ਹੈ। ਭਾਰਤ ਵਿੱਚ ਵੱਡੇ ਉਤਪਾਦਾਂ ਦੇ ਵਪਾਰੀਆਂ ਤੋਂ ਛੋਟੇ ਵਪਾਰੀਆਂ ਤੇ ਉਪਭੋਗਤਾਵਾਂ ਨੂੰ ਸੰਰਖਣ ਦੇਣ ਲਈ 1969 ਈਸਵੀ ਵਿੱਚ, ਠੀਕ ਹੈ ਜੀ, ਵਿੱਚ ਐਕਟ ਪਾਸ ਕੀਤਾ ਗਿਆ। ਇਹ ਜਿਹੜਾ ਉਪਾਅ ਕਿਹੜੇ ਕੀਤੇ ਹੁਣ ਸਰਕਾਰ ਨੇ, 1969 ਵਿੱਚ ਉਹਨਾਂ ਨੇ ਐਕਟ ਪਾਸ ਕੀਤਾ ਵੱਡੇ ਵਪਾਰੀਆਂ, ਠੀਕ ਹੈ, ਤੋਂ ਛੋਟੇ ਵਪਾਰੀਆਂ ਤੇ ਉਪਭੋਗਤਾਵਾਂ ਨੂੰ ਬਚਾਉਣ ਲਈ। ਉਪਭੋਗਤਾਵਾਂ ਦਾ ਹਰ ਪੱਧਰ ਦੇ ਉਤਪਾਦਕਾਂ ਤੋਂ ਸੰਰਖਣ ਕਰਨ ਲਈ 1986 ਈਸਵੀ ਵਿੱਚ ਇੱਕ ਐਕਟ, ਫਿਰ 1986 ਵਿੱਚ ਇੱਕ ਐਕਟ ਪਾਸ ਕੀਤਾ ਗਿਆ। ਜਾਗਰੂਕਤਾ, ਉਪਭੋਗਤਾ ਨੂੰ ਜਾਗਰੂਕ ਬਣਾਉਣ ਲਈ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਕਈ ਪ੍ਰਕਾਰ ਦੇ ਉਪਰਾਲੇ ਕੀਤੇ ਨੇ। ਜਾਗੋ ਗਾਹਕ, ਜਾਗੋ, ਤੁਸੀਂ ਕਈ ਪ੍ਰਕਾਰ ਦੀਆਂ ਸੋਸ਼ਲਸ ਜਿਹੜੀਆਂ ਐਡਵਰਟਾਈਜ਼ਮੈਂਟ ਆ, ਜਿਹੜੀਆਂ ਐਡਸ ਹੈਗੀਆਂ ਉਹ ਵੀ ਟੀਵੀ 'ਤੇ ਦੇਖਦੇ ਹੋਗੇ, ਤੁਹਾਨੂੰ ਦੱਸਦੇ ਆ ਕਿ ਤੁਸੀਂ ਮਾਲ ਨਾ ਖਰੀਦੋ, ਬਿੱਲ ਜ਼ਰੂਰ ਲਓ, ਵੀ ਕਿੱਥੇ ਕਿੱਥੇ ਤੁਹਾਨੂੰ ਉਹ ਸਾਰੀਆਂ ਚੀਜ਼ਾਂ ਤੋਂ ਅਵੇਅਰ ਕਰਵਾਇਆ ਜਾਂਦਾ। ਇਹ ਸਾਰੀ ਜਾਣਕਾਰੀ ਸਾਨੂੰ ਦਿੱਤੀ ਜਾਂਦੀ ਹੈ। ਤਾਂ ਇਹ ਸੀਗਾ ਉਪਭੋਗਤਾ ਸ਼ੋਸ਼ਣ, ਤੇ ਫਿਰ ਉਸ ਤੋਂ ਉਪਾਅ ਲਈ ਸਰਕਾਰ ਕੀ ਕਰ ਰਹੀ ਹੈ। ਲਾਸਟ ਵਾਲਾ ਪ੍ਰਸ਼ਨ ਹੈਗਾ ਜਿਹੜਾ ਹੈ ਅਗਲਾ, ਸਵਰਜਨਕ ਵਿਤਰਨ ਪ੍ਰਣਾਲੀ ਤੋਂ ਕੀ ਭਾਵ ਹੈ। ਭਾਰਤ ਵਿੱਚ ਸਵਰਜਨਕ ਵਿਤਰਨ ਪ੍ਰਣਾਲੀ ਦੀ ਸਥਿਤੀ ਦਾ ਵਰਣਨ ਕਰੋ। ਹੁਣ ਸਵਰਜਨਕ ਸ਼ਬਦ ਨੂੰ ਸਮਝਣਾ ਧਿਆਨ ਦੇ ਨਾਲ। ਸਵਰਜਨਕ ਸਾਰਿਆਂ ਦੇ ਲਈ,
ਠੀਕ ਹੈ, ਸਰਵਜਨਕ ਸਭ ਦੇ ਲਈ ਜੋ ਹੁੰਦੀ ਹੈ। ਵਿਤਰਨ ਪ੍ਰਣਾਲੀ ਦੁਆਰਾ ਮੁੱਖ ਤੌਰ ਤੇ ਗਰੀਬਾਂ ਨੂੰ ਉਚਿਤ ਅਤੇ ਘੱਟ ਕੀਮਤ ਤੇ ਜ਼ਰੂਰੀ ਵਸਤਾਂ ਜਿਵੇਂ ਅਨਾਜ, ਦਾਲਾਂ ਆਦਿ ਵੰਡਿਆ ਜਾਂਦਾ ਹੈ। ਗਰੀਬ ਜਿਹੜੇ ਇਸ ਲਾਈਨ ਦੇ ਵਿੱਚ ਆ ਜਾਂਦੇ, ਉਹਨਾਂ ਦੇ ਰਾਸ਼ਨ ਕਾਰਡ ਬਣਾਏ ਜਾਂਦੇ ਤੇ ਉਹਨਾਂ ਨੂੰ ਘੱਟ ਕੀਮਤ ਦੇ ਉੱਪਰ ਹੈ ਜਿਹੜਾ ਇਹ ਜ਼ਰੂਰੀ ਵਸਤਾਂ ਦੀਆਂ ਜ਼ਰੂਰੀ ਵਸਤਾਂ ਦੇ ਵਿੱਚ ਹੁਣ ਦੇਖੋ ਅਨਾਜ ਆ ਗਿਆ, ਦਾਲਾਂ ਆ ਗਈਆਂ, ਠੀਕ ਹੈ। ਅੱਜ ਕੱਲ੍ਹ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਸਰਕਾਰੀ ਰਾਸ਼ਨ ਦੇ ਜਿਹੜੇ ਡਿਪੂ ਬਣੇ ਹੋਏ ਆ ਸਾਡੇ ਪਿੰਡਾਂ ਦੇ ਵਿੱਚ, ਉਹਦੇ ਦੁਆਰਾ ਸਾਨੂੰ ਇਹ ਮਿਲਦੀਆਂ ਹਨ। ਸਥਿਤੀ ਕੀ ਹੈ, ਭਾਰਤ ਸਰਕਾਰ ਵੱਲੋਂ ਅਨਾਜ ਦੀ ਵਸੂਲੀ ਨਿਰਧਾਰਤ ਕੀਮਤਾਂ ਤੇ ਕੀਤੀ ਜਾਂਦੀ ਹੈ। ਅਸੀਂ ਕੁਝ ਪੈਸੇ ਦਿੰਦੇ ਹਾਂ, ਉਸ ਉਨੇ ਪੈਸੇ ਨਹੀਂ ਅਸੀਂ ਪੇ ਕਰਦੇ ਜਿੰਨੀ ਉਹਦੀ ਰਿਐਲਿਟੀ ਦੇ ਵਿੱਚ ਉਸ ਚੀਜ਼ ਦੀ ਕੀਮਤ ਹੁੰਦੀ ਹੈ। ਫੋਰ ਐਗਜ਼ਾਮਪਲ ਮੈਂ ਗੱਲ ਕਰਾਂ ਤਾਂ ਪਿੰਡਾਂ ਦੇ ਵਿੱਚ 2 ਰੁਪਏ ਕਿਲੋ ਇੱਕ ਕਣਕ ਮਿਲਦੀ ਹੈ ਇੱਕ ਕਾਰਡ ਦੇ ਉੱਪਰ, ਔਰ ਅਸੀਂ ਵੈਸੇ ਉਹ ਕਣਕ ਖਰੀਦੀਏ ਤਾਂ ਸਾਨੂੰ ਮਹਿੰਗੀ ਮਿਲੇਗੀ, ਪਰ ਇਸ ਸਰਵਜਨਕ ਵਿਤਰਨ ਪ੍ਰਣਾਲੀ ਦੇ ਅਧੀਨ ਹੈ ਜਿਹੜੀ ਸਾਨੂੰ ਉਹ ਘੱਟ ਮਿਲਦੇ ਘੱਟ ਰੇਟ ਤੇ ਮਿਲਦੀ ਹੈ। ਉਸੇ ਤਰ੍ਹਾਂ ਕਈ ਪ੍ਰਕਾਰ ਦੀਆਂ ਦਾਲਾਂ ਵੀ ਮਿਲਦੀਆਂ ਉਹਦੇ ਵਿੱਚ, ਠੀਕ ਹੈ ਜੀ। ਮੁਸ਼ਕਲ ਸਮੇਂ ਦੌਰਾਨ ਅਨਾਜ ਦੀ ਪੂਰਤੀ ਲਈ ਲੋੜੀਂਦੀਆਂ ਵਸਤੂਆਂ ਦਾ ਸਟਾਕ ਰੱਖਣਾ, ਜਿਸ ਨੂੰ ਕਿ ਬਫਰ ਸਟਾਕ ਕਿਹਾ ਜਾਂਦਾ। ਇਹ ਧਿਆਨ ਨਾਲ ਲੱਗਦਾ, ਬਫਰ ਸਟਾਕ ਤੋਂ ਕੀ ਭਾਵ ਹੈ, ਲੋੜੀਂਦੀਆਂ ਵਸਤੂਆਂ ਦਾ ਸਟਾਕ ਸਾਂਭ ਕੇ ਰੱਖਣਾ। ਇਹ ਕੁਐਸਚਨ ਵੀ ਆ ਜਾਂਦਾ ਕਈ ਵਾਰ। ਮੁਸ਼ਕਲ ਸਮੇਂ ਦੌਰਾਨ ਅਨਾਜ ਦੀ ਪੂਰਤੀ ਲਈ ਸਰਕਾਰ ਕੀ ਹੈ, ਲੋੜੀਂਦੀਆਂ ਵਸਤੂਆਂ ਦਾ ਸਟਾਕ ਸਾਂਭ ਕੇ ਰੱਖਦੀ ਹੈ ਆਪਣੇ ਕੋਲ, ਉਸ ਨੂੰ ਬਫਰ ਸਟਾਕ ਕਿਹਾ ਗਿਆ। ਜਿਸ ਤਰ੍ਹਾਂ ਲੋਕਡਾਊਨ ਦੇ ਦੌਰਾਨ ਮੈਨੂੰ ਆਈ ਥਿੰਕ ਮੇਬੀ ਕੋਵਿਡ-19 ਦੇ ਦੌਰਾਨ ਸਾਨੂੰ ਪਿਛਲੇ ਸਾਲ ਦੇ ਵਿੱਚ ਹੀ ਸਰਕਾਰ ਦੁਆਰਾ ਹਰ ਇੱਕ ਘਰ ਨੂੰ ਆਈ ਥਿੰਕ ਮੇਬੀ ਕੁਝ ਸਹੂਲਤਾਂ ਦਿੱਤੀਆਂ ਗਈਆਂ ਸਨ, ਜਿਹੜੀਆਂ ਕਿ ਜਿਸ ਤਰ੍ਹਾਂ ਕਹਿ ਲਓ ਕਿ ਅਨਾਜ ਵੀ ਮੁਹੱਈਆ ਕਰਵਾਇਆ ਗਿਆ ਹੈ ਬਿਲਕੁਲ ਫ੍ਰੀ। ਤਾਂ ਉਹ ਇਹ ਬਫਰ ਸਟਾਕ ਹੀ ਸੀ ਜੋ ਸਾਡੇ ਤੱਕ ਜਾ ਕੇ ਯਾਨੀ ਕਿ ਜੋ ਲੋਕਾਂ ਤੱਕ ਪਹੁੰਚਿਆ। ਸਰਕਾਰ ਨੇ ਜ਼ਰੂਰੀ ਵਸਤੂਆਂ ਨੂੰ ਘੱਟ ਕੀਮਤ ਤੇ ਵੰਡਣ ਲਈ ਉਚਿਤ ਮੁੱਲ ਦੀਆਂ ਦੁਕਾਨਾਂ ਖੋਲ੍ਹੀਆਂ ਨੇ। ਜਿਹੜੀਆਂ ਉਚਿਤ ਮੁੱਲ ਦੀਆਂ ਦੁਕਾਨਾਂ, ਉਹਨਾਂ ਨੂੰ ਅਸੀਂ ਉਹੀ ਸਰਕਾਰੀ ਰਾਸ਼ਨ ਦੇ ਡਿਪੂ ਆ ਜਿਹੜੇ, ਜਿਨ੍ਹਾਂ ਤੇ ਸਾਨੂੰ ਉਹ ਜਿਹੜਾ ਰਾਸ਼ਨ ਹੈ ਉਹ ਟਾਈਮ ਟੂ ਟਾਈਮ ਜਿਹੜਾ ਉਹ ਮਿਲਦਾ ਰਹਿੰਦਾ ਹੈਗਾ। ਉਸ ਤੋਂ ਇਲਾਵਾ ਹੋਰ ਵੀ ਕਈ ਪ੍ਰਕਾਰ ਦੀਆਂ ਇਸ ਤਰ੍ਹਾਂ ਦੀਆਂ ਸੰਸਥਾਵਾਂ ਹਨ ਜਿਹੜੀਆਂ ਲੋਕਾਂ ਦੀ ਇਸ ਤਰ੍ਹਾਂ ਸਹਾਇਤਾ ਕਰ ਰਹੀਆਂ, ਠੀਕ ਹੈ ਜੀ। ਇਹ ਅਰਥ ਸ਼ਾਸਤਰ ਦਾ ਤੁਹਾਡਾ ਲੈਸਨ ਨੰਬਰ 2 ਸੀਗਾ, ਜਿਸ ਦੇ ਵਿੱਚ ਭਾਰਤ ਦੀਆਂ ਆਧਾਰਿਕ ਸੰਰਚਨਾਵਾਂ ਦੀ ਅਸੀਂ ਗੱਲ ਕੀਤੀ ਹੈ। ਤੇ ਜਿੰਨੇ ਵੀ ਇਸ ਦੇ 6 ਕੁਐਸਚਨ ਇਹਨਾਂ ਨੂੰ ਚੰਗੀ ਤਰ੍ਹਾਂ ਰੀਡ ਕਰਨਾ, ਕਿਉਂਕਿ 5 ਨੰਬਰ ਔਰ 4 ਨੰਬਰ ਦੇ 3 ਨੰਬਰ ਔਰ 4 ਨੰਬਰ ਦੇ ਜਿਹੜੇ ਕੁਐਸਚਨ ਹੈ ਇਸ ਦੇ ਵਿੱਚ ਉਹੀ ਤੁਹਾਨੂੰ ਆਉਣਗੇ। ਸਿਰਫ 3 ਲੈਸਨ ਇੱਕ ਵਾਰ ਫਿਰ ਦੱਸ ਦੇਈਏ ਅਰਥ ਸ਼ਾਸਤਰ ਦੇ, ਔਰ 16 ਨੰਬਰ ਦਾ ਪੇਪਰ ਆਣਾ ਤੁਹਾਨੂੰ, ਤਾਂ ਬਹੁਤ ਹੀ ਈਜ਼ੀ ਆ ਤੁਹਾਡੇ ਲਈ 16 ਨੰਬਰ ਪ੍ਰਾਪਤ ਕਰਨੇ। ਤਾਂ ਚੰਗੀ ਤਰ੍ਹਾਂ ਅਰਥ ਸ਼ਾਸਤਰ ਔਰ ਨਾਗਰਿਕ ਸ਼ਾਸਤਰ ਦੀ ਪਹਿਲਾਂ ਰਿਵੀਜ਼ਨ ਕਰੋ, ਉਸ ਤੋਂ ਅੱਗੇ ਅਸੀਂ ਹੌਲੀ ਹੌਲੀ ਵੀਡੀਓ ਨੂੰ ਦੇਖਦੇ ਰਹੋ। ਹਰੇਕ ਕੋਸ਼ਿਸ਼ ਰਹੇਗੀ ਕਿ ਹਰ ਰੋਜ਼ ਇੱਕ ਅੱਧੇ ਲੈਸਨ ਦੀ ਤੁਹਾਡੇ ਤੱਕ ਵੀਡੀਓ ਇਸੇ ਤਰ੍ਹਾਂ ਪਹੁੰਚਾਉਂਦੇ ਰਹੀਏ। ਵੈਸੇ ਤਾਂ ਬਹੁਤ ਮੁਬਾਰਕਾਂ ਦੇ ਭਾਗੀਦਾਰ ਅਸੀਂ ਸਾਰੇ ਕਿ ਸਾਡੇ ਸਕੂਲ ਖੁੱਲ੍ਹ ਗਏ ਆ, ਪਰ ਫਿਰ ਵੀ ਕਿਸੇ ਕਾਰਨ ਅਗਰ ਅਸੀਂ ਕਿਸੇ ਕਾਰਨ ਸਿਲੇਬਸ ਤੋਂ ਪਿੱਛੇ ਹਾਂ, ਸਾਡੇ ਕੋਲ ਸੋਰਸ ਨਹੀਂ ਹੈ, ਤਾਂ ਇਹਨਾਂ 'ਤੇ ਜ਼ਰੂਰ ਬਣੇ ਰਹਿਣਾ। 10ਵੀਂ ਦੇ ਵਿੱਚ SST ਦੇ ਵਿੱਚ ਸਾਡੇ ਬਹੁਤ ਵਧੀਆ ਨੰਬਰ ਆਉਣਗੇ। ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਵੀਡੀਓ ਨੂੰ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਨਾ, ਔਰ ਅੱਗੇ ਤੋਂ ਅੱਗੇ ਸੈਂਡ ਜ਼ਰੂਰ ਕਰੋ ਤਾਂ ਕਿ ਫਰੈਂਡ ਸਰਕਲ ਦੇ ਵਿੱਚ ਵੀ ਹੋਰ ਵੀ ਲੋਕ ਇਸ ਦਾ ਫਾਇਦਾ ਲੈ ਸਕਣ। ਧੰਨਵਾਦ ਜੀ।